ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। 15ਵੇਂ ਭਾਗ ਵਿੱਚ ਸੁਣੋ ਸਹਿਮਵਾਦ ਦਾ ਨਵਾਂ ਚਿਹਰਾ ਇੰਟਰਨੈਟ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਹਿਮ ਹਮੇਸ਼ਾ ਉਹ ਸ਼ਕਤੀ ਪੈਦਾ ਕਰਨ ਯੋਗ ਹੁੰਦਾ ਹੈ ਜਿਸ ਦੀ ਹੋਂਦ ਅਤੇ ਆਦਤਾਂ ਦੀ ਸਾਨੂੰ ਸਮਝ ਨਾ ਆਵੇ। ਜੇ ਉਹ ਸਾਹਮਣੇ ਆ ਕੇ ਦਿਸ ਪਵੇ ਤਾਂ ਸਹਿਮ ਦੀ ਬੁਨਿਆਦ ਹੀ ਖਤਮ ਹੋ ਜਾਂਦੀ ਹੈ। ਭੂਤ ਪ੍ਰੇਤ ਇਸੇ ਲਈ ਭਿਆਨਕ ਹੁੰਦੇ ਹਨ ਕਿਉਂਕਿ ਉਹ ਵਿਖਾਈ ਨਹੀਂ ਦਿੰਦੇ। ਹਨੇਰੇ ਵਿੱਚ ਸਫ਼ਰ ਕਰਦਿਆਂ, ਖਾਸ ਤੌਰ ਤੇ ਮੜੀਆਂ ਦੇ ਕੋਲੋਂ ਲੰਘਦਿਆਂ, ਇੰਜ ਲੱਗਦਾ ਏ ਜਿਵੇਂ ਹੁਣੇ ਹੀ ਕਿਸੇ ਨੇ ਚੰਬੜ ਜਾਣਾ ਹੈ ਅਤੇ ਹੋ ਸਕਦਾ ਜਾਨ ਹੀ ਕੱਢ ਲਵੇ। ਹਨੇਰੇ ਵਿੱਚ ਭੂਤਾਂ ਤੋਂ ਪਹਿਲਾਂ ਹੀ ਡਰੇ ਹੋਏ ਇਨਸਾਨ ਨੂੰ ਹਰ ਟਾਹਣੀ ਪੱਤੇ ਦੀ ਆਵਾਜ਼, ਕਿਸੇ ਪੰਛੀ ਜਾਂ ਨਿੱਕੇ ਮੋਟੇ ਜਾਨਵਰ ਦੀ ਆਵਾਜ਼ ਭੂਤ ਦੀ ਸਮਝ ਕੇ ਕੰਬਣੀ ਲਾ ਦਿੰਦੀ ਹੈ। ਆਪਣੇ ਕਦਮਾਂ ਦੀ ਪੱਤੇ ਟਾਹਣੀਆਂ ਮਸਲ ਦੀ ਆਵਾਜ਼ ਵੀ ਖਤਰੇ ਦੀ ਘੰਟੀ ਜਾਪਦੀ ਹੈ। ਉਸ ਹਨੇਰੇ ਵਿੱਚ ਜੇ ਕੋਈ ਇਨਸਾਨ ਪਿੱਛੋਂ ਆ ਰਿਹਾ ਹੋਵੇ ਜਾਂ ਕੋਈ ਧੁੰਦਲਾ ਇਨਸਾਨੀ ਝੋਲਾ ਕੋਲੋਂ ਦੀ ਲੰਘ ਜਾਵੇ ਤਾਂ ਮਾਨੋ ਮੌਤ ਲੰਘ ਜਾਂਦੀ ਹੈ। ਉਹ ਤੇਜ਼ ਭੱਜਦਾ ਹੈ ਖਤਰੇ ਵਾਲੇ ਇਲਾਕੇ ਵਿੱਚੋਂ ਲੰਘਣ ਲਈ। ਸਹਿਮ ਵੇਲੇ ਕਿਹੜੀ ਚੀਜ਼ ਕੰਮ ਆਉਂਦੀ ਹੈ? ਉਸ ਦਾ ਨਾਮ, ਜਿਸ ਬਾਰੇ ਬਚਪਨ ਤੋਂ ਸੁਣਿਆ ਸਿੱਖਿਆ ਜਾਂਦਾ ਹੈ ਕਿ ਮਹਾਸ਼ਕਤੀਵਾਨ ਹੈ ਅਤੇ ਜਿਸ ਦੇ ਜਾਪ ਨਾਲ ਭੂਤ ਪ੍ਰੇਤ ਨੇੜੇ ਨਹੀਂ ਆਉਂਦੇ। ਇੰਜ ਇੱਕ ਅਦਿੱਖ ਅਣਹੋਏ ਭੈ ਦਾ ਟਾਕਰਾ ਇੱਕ ਅਦਿੱਖ ਬੀਜੀ ਹੋਈ ਮਨੋਕਲਪਤ ਸ਼ਕਤੀ ਦੇ ਨਾਲ ਭੈ ਭੀਤ ਹੋਏ ਵਿਅਕਤੀ ਦੀ ਦਿਮਾਗੀ ਸੋਚ ਦੇ ਮੈਦਾਨ ਅੰਦਰ ਹੁੰਦਾ ਹੈ, ਜਿਸ ਅੰਦਰ ਫਤਿਹ ਸਦਾ ਉਸ ਦੀ ਆਪਣੀ ਹੁੰਦੀ ਹੈ। ਇਸ ਤਰ੍ਹਾਂ ਉਸ ਦਾ ਨਿਸ਼ਚਾ ਪਾਲਣਹਾਰ ਸ਼ਕਤੀ ਦੇ ਉੱਤੇ ਹੋਰ ਵੀ ਵੱਧ ਜਾਂਦਾ ਹੈ। ਚਿੱਟੇ ਦਿਨ ਵਿੱਚ, ਜਾਣੇ ਪਛਾਣੇ ਮਾਹੌਲ ਵਿੱਚ, ਨਿਕਟ ਵਰਤੀਆਂ ਦੇ ਸਾਥ ਅੰਦਰ ਡਰ ਅਤੇ ਸਹਿਮ ਦਾ ਸਵਾਲ ਹੀ ਨਹੀਂ ਉੱਠਦਾ। ਚਿੱਟੇ ਦਿਨ ਵਿੱਚ ਸਹਿਮ ਤਾਂ ਪੈਦਾ ਹੁੰਦਾ ਹੈ ਜੇ ਕੋਈ ਅਜਿਹੀ ਭਿਆਨਕ ਘਟਨਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇ ਜਿਸ ਦੀ ਅਸਲੀਅਤ ਸੋਚ ਦੇ ਖਾਨੇ ਨੂੰ ਜਿੰਦਰਾ ਹੀ ਲਾ ਦੇਵੇ। ਅਜਿਹੀ ਭਿਆਨਕ ਘਟਨਾ ਹਰ ਵੇਖਣ ਵਾਲੇ ਉੱਤੇ ਇੱਕੋ ਜਿਹਾ ਅਸਰ ਕਰ ਸਕਦੀ ਹੈ। ਜੇ ਨਾਲ ਹੀ ਨਾਲ ਜਿਉਂਦੀ ਘਟਨਾ ਦੁਨੀਆ ਦੀ ਟੈਲੀਵਿਜ਼ਨ ਸਕਰੀਨ ਉੱਤੇ ਆ ਜਾਵੇ ਤਾਂ ਲੋਕਾਈ ਦੇ ਕੁੱਲ ਸਿੱਧੇ ਸਾਦੇ ਲੋਕਾਂ ਦੇ ਉੱਤੇ ਮਾਰੂ ਅਤੇ ਸਦੀਵੀ ਅਸਰ ਹੋ ਜਾਂਦਾ ਹੈ। ਅਜਿਹੀ ਭਿਆਨਕ ਦੁਰਘਟਨਾ ਦੀ ਅਸਲੀਅਤ ਅਤੇ ਉਸ ਦੇ ਕਰਤਾ ਦੇ ਪਹਿਲੀ ਨਜ਼ਰੇ ਪਛਾਣੂ ਵੀ ਹੁੰਦੇ ਹਨ, ਪਰ ਉਹ ਗਿਣਤੀ ਵਿੱਚ ਥੋੜ੍ਹੇ ਹੁੰਦੇ ਹਨ। ਸਹਿਮ ਅਤੇ ਭੰਬਲ ਭੂਸੇ ਖਿਲਾਰਦੀਆਂ ਸ਼ਕਤੀਆਂ ਟੀਵੀ ਅਤੇ ਰੇਡੀਓ ਦੇ ਲਗਾਤਾਰ ਪ੍ਰਚਾਰ ਦੇ ਨਾਲ ਲੋਕਾਈ ਦੇ ਮਨਾਂ ਉੱਤੇ ਛਾ ਜਾਂਦੀਆਂ ਹਨ। ਪਛਾਣੂ, ਜਿਨ੍ਹਾਂ ਵਿੱਚ ਉੱਚ ਕੋਟੀ ਦੇ ਵਿਗਿਆਨਕ ਹੁੰਦੇ ਹਨ, ਟੀਵੀ ਇੰਟਰਵਿਊ ਤੋਂ ਦੂਰ ਰੱਖੇ ਜਾਂਦੇ ਹਨ। ਕੇਵਲ ਜਾਣੇ ਪਛਾਣੇ ਹੱਥ ਠੋਕਿਆਂ ਜਾਂ ਏਜੰਟਾਂ ਨਾਲ ਹੁੰਦੀ ਗੱਲਬਾਤ ਵਿਖਾਈ ਜਾਂਦੀ ਹੈ। ਡਰੇ ਅਤੇ ਸਹਿਮੇ ਹੋਏ ਮਨਾਂ ਨੂੰ ਰੱਜ ਕੇ ਝੂਠ ਦੀ ਖੁਰਾਕ ਦਿੱਤੀ ਜਾਂਦੀ ਹੈ ਜੋ ਸੱਚ ਬਣ ਕੇ ਮਨਾਂ ਅੰਦਰ ਬੈਠ ਜਾਂਦੀ ਹੈ। ਅਜਿਹਾ ਬੈਠਦੀ ਹੈ ਕਿ ਗਿਆਨ ਦੀਆਂ ਬੇਅੰਤ ਕੋਸ਼ਿਸ਼ਾਂ ਦੇ ਨਾਲ ਕਿਸਮਤ ਵਾਲਿਆਂ ਦੇ ਅੰਦਰੋਂ ਹੀ ਨਿਕਲਦੀ ਹੈ। ਕੋਈ ਵੀ ਘਟਨਾ ਜਾਂ ਦੁਰਘਟਨਾ ਕੁਦਰਤ ਦੇ ਫਿਜ਼ੀਕਲ ਅਸੂਲਾਂ ਜਾਂ ਕਾਨੂੰਨਾਂ ਦੇ ਉਲਟ ਨਹੀਂ ਹੋ ਸਕਦੀ। ਜੇ ਉਹ ਹੁੰਦੀ ਵਿਖਾਈ ਜਾਂਦੀ ਹੈ ਤਾਂ ਉਸ ਦੇ ਵਿੱਚ ਜ਼ਰੂਰ ਇਨਸਾਨੀ ਸ਼ਕਤੀਆਂ ਦਾ ਹੱਥ ਹੁੰਦਾ ਹੈ। ਇਹ ਮੰਦ ਸ਼ਕਤੀਆਂ ਕਦੇ ਨਹੀਂ ਚਾਹੁੰਦੀਆਂ ਕਿ ਉਹਨਾਂ ਦਾ ਭੇਤ ਇੰਨਾ ਖੁੱਲ੍ਹ ਜਾਵੇ ਕਿ ਲੋਕ ਉਹਨਾਂ ਦੇ ਗਲ ਪੈ ਜਾਣ। ਇਹ ਮੰਦ ਸ਼ਕਤੀਆਂ ਹਨ ਕੌਣ? ਅੱਜ ਦੇ ਸਮੇਂ ਜਿਸ ਕਿਸੇ ਨੂੰ ਵੀ ਇਹਨਾਂ ਮੰਦ ਸ਼ਕਤੀਆਂ ਦੀ ਪਛਾਣ ਹੋ ਜਾਵੇ, ਸਮਝਿਆ ਜਾਣਾ ਚਾਹੀਦਾ ਹੈ ਕਿ ਉਸ ਨੂੰ ਗਿਆਨ ਹੋ ਗਿਆ ਹੈ। ਇਹ ਮੰਦ ਸ਼ਕਤੀਆਂ ਹਨ ਕੁਝ ਇੱਕ ਬੈਂਕਰ ਪਰਿਵਾਰਾਂ ਦੀਆਂ ਜੋ ਅਤਿਅੰਤ ਲੁਕਵੇਂ ਢੰਗਾਂ ਦੇ ਨਾਲ ਪਿਛਲੇ 250 ਸਾਲਾਂ ਤੋਂ ਕੁੱਲ ਦੁਨੀਆ ਉੱਤੇ ਬੈਂਕਰੀ ਰਾਜ ਲਈ ਤਤਪਰ ਹਨ। ਇਸ ਸਮੇਂ ਬੇਅੰਤ ਦੇਸ਼ਾਂ ਦੇ ਸਿਆਸਤਦਾਨ ਅਤੇ ਸਰਕਾਰਾਂ ਇਹਨਾਂ ਦੀ ਮੁੱਠੀ ਵਿੱਚ ਹਨ। ਇਹਨਾਂ ਦੇ ਜ਼ਹਿਰੀ ਘੁਰਨੇ ਲੰਡਨ, ਇੰਗਲੈਂਡ ਵਿੱਚ ਦਾ ਸਿਟੀ ਵਿੱਚ ਹਨ। ਯੂਰਪ, ਅਮਰੀਕਾ ਅਤੇ ਬੇਅੰਤ ਹੋਰ ਦੇਸ਼ਾਂ ਦੇ ਕੇਂਦਰੀ ਬੈਂਕਾਂ ਦੀਆਂ ਤਣਾਵਾਂ ਇਹਨਾਂ ਦੇ ਹੱਥਾਂ ਵਿੱਚ ਹਨ। ਕੁੱਲ ਦੁਰਘਟਨਾਵਾਂ ਅਤੇ ਉਹਨਾਂ ਦੇਸ਼ਾਂ ਦੇ ਨਾਂ ਉੱਤੇ ਸ਼ੁਰੂ ਕੀਤੀਆਂ ਜੰਗਾਂ ਦਰਅਸਲ ਇਹਨਾਂ ਬੈਂਕਰਾਂ ਦੇ ਇਸ਼ਾਰਿਆਂ ਉੱਤੇ ਹੁੰਦੀਆਂ ਰਹੀਆਂ ਹਨ ਅਤੇ ਹੋ ਰਹੀਆਂ ਹਨ। ਪਿਛਲੀ ਤਾਜ਼ੀ ਘਟਨਾ ਸੀ ਨਿਊਯਾਰਕ ਸਥਿਤ ਜੋੜੇ ਟਾਵਰਾਂ ਉੱਤੇ ਨਾਟਕੀ ਹਮਲਾ।
11 ਸਤੰਬਰ 2001 ਵਾਲੇ ਚਿੱਟੇ ਦਿਨ। ਕੁਝ ਦਿਨਾਂ ਲਈ ਤਾਂ ਪੂਰੀ ਦੁਨੀਆ ਇਸ ਦੁਰਘਟਨਾ ਦੇ ਨਾਲ ਸੁੰਨ ਹੋ ਗਈ ਸੀ। ਝੱਟ ਹੀ ਖੋਜੀ, ਵਿਰੋਧੀ, ਵੱਖ-ਵੱਖ ਸਾਇੰਸੀ ਖੇਤਰਾਂ ਦੇ ਮਾਹਰਾਂ ਦੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ। ਜੇ ਅਖਬਾਰਾਂ ਜਾਂ ਟੀਵੀ ਉੱਤੇ ਕੇਵਲ ਮੰਦ ਸ਼ਕਤੀਆਂ ਦਾ ਹੀ ਪੂਰਨ ਰਾਜ ਹੁੰਦਾ ਤਾਂ ਸੱਚਾਈ ਨੇ ਕਦੇ ਖੁੱਲ੍ਹਣਾ ਹੀ ਨਹੀਂ ਸੀ। ਕੇਵਲ ਇੱਕੋ ਹੀ ਕਹਾਣੀ ਰਹਿਣੀ ਸੀ। ਬਿਨ ਲਾਦੇਨ ਦੇ ਸਿਖਾਏ 18 ਹਾਈਜੈਕਰਾਂ ਨੇ ਇੱਕੋ ਹੀ ਸਮੇਂ 4 ਹਵਾਈ ਜਹਾਜ਼ ਅਗਵਾ ਕਰਕੇ ਅਮਰੀਕਾ ਅੰਦਰ ਕਹਿਰ ਲੈ ਆਉਂਦਾ। ਅਗਵਾ ਕੀਤੇ 2 ਜਹਾਜ਼ਾਂ ਦੀ ਟੱਕਰ ਮਰਵਾਉਣ ਨਾਲ ਨਿਊਯਾਰਕ ਦੇ ਜੋੜੇ ਟਾਵਰ, ਵਰਲਡ ਟ੍ਰੇਡ ਸੈਂਟਰ ਸਭਨਾਂ ਦੀਆਂ ਅੱਖਾਂ ਦੇ ਸਾਹਮਣੇ ਉਡਾ ਦਿੱਤੇ ਗਏ। ਪਰ ਇੰਜ ਹੋਇਆ ਨਹੀਂ। ਪਹਿਲੇ ਹੀ ਦਿਨ ਤੋਂ ਇੰਟਰਨੈਟ ਅੰਦਰ ਕਾਬੂ ਹੇਠ ਗਿਰਾਈ ਜਾਂ ਕੰਟਰੋਲਡ ਡੋਮੋਲੀਸ਼ਨ ਦੀ ਕਹਾਣੀ ਪ੍ਰਚਲਿਤ ਹੋ ਗਈ। ਮੈਨੂੰ ਦੁਬਈ ਵਿੱਚ ਕੰਮ ਕਰਵਾਉਂਦਾ ਇੱਕ ਬਿਲਡਰ ਮਿਲਿਆ ਸੀ ਕੁਝ ਚਿਰ ਪਹਿਲਾਂ। ਉਸ ਮੈਨੂੰ ਦੱਸਿਆ ਕਿ ਜੋੜੇ ਟਾਵਰ ਡਿੱਗਦੇ ਵੇਖਦਿਆਂ ਹੀ ਉਸ ਨੇ ਕਿਹਾ ਸੀ ਕਿ ਇਹ ਤਾਂ ਕੰਟਰੋਲਡ ਡੈਮੋਲੀਸ਼ਨ ਹੈ। ਜੇ ਉਹ ਸਰਦਾਰ ਜੀ ਦੁਬਈ ਬੈਠੇ ਇਹ ਕਹਿ ਸਕਦੇ ਸਨ ਤਾਂ ਅਮਰੀਕਾ ਦੇ ਅੰਦਰ ਰਹਿੰਦੇ ਅਤੇ ਕੰਮ ਕਰਦੇ ਹਜ਼ਾਰਾਂ ਇੰਜੀਨੀਅਰਾਂ ਅਤੇ ਆਰਕੀਟੈਕਟਾਂ ਨੇ ਕਿਵੇਂ ਸੋਚਿਆ ਹੋਣਾ। ਹੌਲੀ ਹੌਲੀ ਉਹਨਾਂ ਦੀ ਜਥੇਬੰਦੀ ਦੇ 1000 ਤੋਂ ਵੱਧ ਸਰਗਰਮ ਮੈਂਬਰਾਂ ਨੇ 9/11 ਦਾ ਸੱਚ ਲੱਭਣ ਦੀ ਕਮੇਟੀ ਬਣਾਈ, ਜਿਸ ਨੇ ਬੇਅੰਤ ਢੰਗਾਂ ਦੇ ਨਾਲ ਇਹ ਸਾਬਤ ਕੀਤਾ ਕਿ ਵੇਖਣ ਵਿੱਚ ਆਏ ਡਰੋਨ ਜਹਾਜ਼ ਇਮਾਰਤਾਂ ਡੇਗਣ ਲਈ ਕਾਫੀ ਨਹੀਂ ਸਨ, ਸਗੋਂ ਇਮਾਰਤਾਂ ਡੇਗਣ ਦੇ ਕੰਮ ਲਈ ਬੇਅੰਤ ਫਟਣ ਸਮੱਗਰੀ ਅਤੇ ਲੋਹਾ ਭੰਗਾਰਨ ਲਈ ਨੈਨੋ ਥਰਮਾਮੀਟਰ ਦੀ ਵਰਤੋਂ ਕੀਤੀ ਗਈ ਸੀ। ਮੁਕਾਬਲਾ ਸ਼ੁਰੂ ਹੋ ਗਿਆ। ਇੱਕ ਪਾਸੇ ਵਿਗਿਆਨੀਆਂ, ਪਾਇਲਟਾਂ, ਅੱਗ ਬੁਝਾਊ ਕਾਮਿਆਂ ਅਤੇ ਜਾਣਕਾਰਾਂ ਦਾ ਗੁੱਟ ਅਤੇ ਉਸ ਦੇ ਟਾਕਰੇ ਤੇ ਸਰਕਾਰੀ ਝੂਠ ਦਾ ਹੜ ਅਤੇ ਕਾਬੂ ਹੇਠ ਮੀਡੀਆ ਅਤੇ ਟੀਵੀ। ਟਾਕਰਾ ਹੋਇਆ ਅੱਜ ਦੇ ਨਵੇਂ ਹਥਿਆਰ ਇੰਟਰਨੈਟ ਦੇ ਨਾਲ। 9 ਸਾਲਾਂ ਦੀ ਲਗਾਤਾਰ ਮਿਹਨਤ ਦੇ ਨਾਲ ਸਰਕਾਰੀ ਪ੍ਰਾਪੇਗੰਡਾ ਮਸ਼ੀਨ ਦੀ ਪਿੱਠ ਲੱਗ ਗਈ। ਅੱਜ ਪੌਣੇ ਤੋਂ ਵੱਧ ਅਮਰੀਕਨ ਲੋਕ 9/11 ਦੀ ਦੁਰਘਟਨਾ ਦੇ ਪਿੱਛੇ ਸਰਕਾਰੀ ਏਜੰਸੀਆਂ ਦਾ ਹੱਥ ਮੰਨਦੇ ਹਨ। ਸਰਕਾਰ ਦੀ ਸ਼ਾਖ ਨੂੰ ਬਹੁਤ ਧੱਕਾ ਲੱਗਾ ਹੈ। ਆਪੂ ਇਮਾਰਤਾਂ ਡੇਗ ਕੇ ਉਸਾਮਾ ਬਿਨ ਲਾਦੇਨ ਅਤੇ ਉਸ ਦੇ 18 ਮੱਧ ਏਸ਼ੀਆਈ ਮੁਸਲਮਾਨਾਂ ਉੱਤੇ ਦੋਸ਼ ਮੜਨ ਦਾ ਛੜਯੰਤਰ ਬੇਪਰਦਾ ਹੋ ਗਿਆ। ਜ਼ਾਹਰ ਹੈ ਕਿ ਇਨਸਾਫ ਪਸੰਦ, ਸੱਚ ਪਸੰਦ ਲੋਕ ਇੰਟਰਨੈਟ ਨੂੰ ਸਫਲਤਾ ਨਾਲ ਵਰਤ ਗਏ ਹਨ। ਇੰਨਾ ਹੀ ਨਹੀਂ, ਉਹਨਾਂ ਨੇ ਕੁੱਲ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਜ ਦੇ ਨੇਤਾ 9/11 ਦੇ ਨਾਲੋਂ ਕਿਤੇ ਵੱਧ ਭਿਆਨਕ ਪ੍ਰੋਗਰਾਮ ਬਣਾਈ ਬੈਠੇ ਹਨ, ਜਿਸ ਦੀ ਦਹਿਸ਼ਤ ਦੇ ਨਾਲ ਲੋਕਾਂ ਦੇ ਸੱਚ ਵੱਲ ਭਟਕੇ ਮਨ ਇੱਕ ਵਾਰ ਫਿਰ ਸਰਕਾਰ ਵਾਲੇ ਪਾਸੇ ਮੋੜ ਆਉਣਗੇ। ਇਸ ਵਾਰ ਬੈਂਕਰਾਂ ਹੇਠ ਸਰਕਾਰਾਂ ਅਤੇ ਸਰਕਾਰਾਂ ਹੇਠ ਕੰਮ ਕਰਦੀਆਂ ਮੰਦ ਸ਼ਕਤੀਆਂ ਨੂੰ ਆਪਣੀ ਕਮਜ਼ੋਰੀ ਦੀ ਕੁੰਡੀ ਲੱਭੀ ਹੋਈ ਹੈ, ਉਹ ਹੈ ਇੰਟਰਨੈਟ। ਇਸ ਸਮੇਂ ਉਹਨਾਂ ਦੀ ਲਿਵ ਲੱਗੀ ਹੋਈ ਹੈ ਕਿਵੇਂ ਇੰਟਰਨੈਟ ਨੂੰ ਇੰਜ ਨਕੇਲ ਪਾਈ ਜਾਵੇ ਕਿ ਵਿਰੋਧੀ ਆਵਾਜ਼ ਕਦੇ ਨਾ ਉੱਠ ਸਕੇ। ਸੈਂਟਰ ਜੇ ਰਾਕਫੈਲਰ, ਭਤੀਜਾ ਡੇਵਿਡ ਰਾਕਫੈਲਰ ਦਾ, ਜਿਸ ਨੇ ਰੌਥਚਾਈਲਡਾਂ ਅਤੇ ਮਾਰਗਨ ਨਾਲ ਰਲ ਕੇ ਅਮਰੀਕੀ ਲੋਕਾਂ ਦੇ ਸਰਕਾਰੀ ਬੈਂਕ ਨੂੰ ਬੰਦ ਕਰਵਾ ਕੇ ਡਾਲਰਾਂ ਦੀ ਮੁਕੰਮਲ ਛਪਾਈ ਅਤੇ ਵੰਡ ਉੱਤੇ ਪ੍ਰਾਈਵੇਟ ਫੈਡਰਲ ਰਿਜ਼ਰਵ ਦਾ ਕਬਜ਼ਾ ਕੀਤਾ, ਨੇ ਕੁਝ ਚਿਰ ਪਹਿਲਾਂ ਇੰਟਰਨੈਟ ਬਾਰੇ ਇਹ ਬਿਆਨ ਦਿੱਤਾ, ਇੰਟਰਨੈਟ ਹੋਣਾ ਹੀ ਨਹੀਂ ਚਾਹੀਦਾ ਸੀ। ਸਾਈਬਰ ਸਿਕਿਉਰਿਟੀ ਦੀ ਕਮੇਟੀ ਦੀ ਮੀਟਿੰਗ ਹੋਈ, ਜਿਸ ਦੇ ਸਾਹਮਣੇ ਇਹ ਮਸਲਾ ਪੇਸ਼ ਹੋਇਆ। ਮੈਂ ਨਾਟਕੀ ਹੋਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਜਦੋਂ ਇੰਟਰਨੈਟ ਸ਼ੁਰੂ ਹੋਇਆ ਤਾਂ ਲੋਕਾਂ ਨੂੰ ਕਿੰਨਾ ਉਤਸ਼ਾਹ ਮਿਲਿਆ, ਕਿਵੇਂ ਦੁਨੀਆ ਅੰਦਰ ਵਪਾਰ ਨੂੰ ਮਦਦ ਮਿਲੀ। ਮੀਟਿੰਗ ਵਿੱਚ ਪੂਰਵ ਪ੍ਰਧਾਨ ਬੁਸ਼ ਅਤੇ ਪ੍ਰਧਾਨ ਓਬਾਮਾ ਦੇ ਸਲਾਹਕਾਰ ਵੀ ਬੈਠੇ ਸਨ। ਉਹਨਾਂ ਦੀ ਪਰਪਾ ਕਰਾਏ ਹੈ ਕਿ ਸਾਈਬਰ ਸਿਕਿਉਰਿਟੀ ਨੂੰ ਪਹਿਲੇ ਨੰਬਰ ਤੇ ਖਤਰਾ ਹੈ। ਇਸ ਦੇਸ਼ ਉੱਤੇ ਇੰਟਰਨੈਟ ਰਾਹੀਂ ਹਮਲਾ ਹੋ ਸਕਦਾ ਹੈ। ਇਸ ਦੇ ਸੱਚਮੁੱਚ ਭਿਆਨਕ ਨਤੀਜੇ ਨਿਕਲਣਗੇ, ਕਿਉਂਕਿ ਹਰ ਪਾਸੇ ਇੰਟਰਨੈਟ ਦੀ ਵਰਤੋਂ ਹੈ। ਇੰਟਰਨੈਟ ਰਾਹੀਂ ਅਮਰੀਕੀ ਫੌਜ ਉੱਤੇ ਹਰ ਰੋਜ਼ 30 ਲੱਖ ਤੋਂ ਵੱਧ ਹਮਲੇ ਕੀਤੇ ਜਾ ਰਹੇ ਹਨ। ਇਹ ਹਮਲਾ ਕਿਸੇ ਪਾਸਿਓਂ ਵੀ ਆ ਸਕਦਾ ਹੈ। ਚੀਨ ਅਤੇ ਰੂਸ ਹੀ ਨਹੀਂ, ਕੋਈ ਵੀ ਮਾਫੀਆ, ਕੋਈ ਵੀ ਹੁਸ਼ਿਆਰ ਬੱਚਾ ਹਮਲਾ ਕਰ ਸਕਦਾ ਹੈ। ਇੱਕੋ ਹੀ ਹਮਲੇ ਦੇ ਨਾਲ ਪੂਰਾ ਦੇਸ਼ ਬੰਦ ਹੋ ਸਕਦਾ ਹੈ, ਬਿਜਲੀ ਬੰਦ, ਬੈਂਕਿੰਗ ਬੰਦ, ਵਗੈਰਾ ਵਗੈਰਾ।
ਇਸ ਗੰਭੀਰ ਸਮੱਸਿਆ ਉੱਤੇ ਪੂਰਾ ਦਿਨ ਬਹਿਸ ਹੁੰਦੀ ਰਹੀ। ਇਸ ਬਹਿਸ ਲਈ ਅਸਾਂ ਨੇ ਵਰਜੀਨੀਆ ਅੰਦਰ ਦੂਰ ਲੁਕੀ ਹੋਈ ਥਾਂ ਵਿੱਚ ਮੀਟਿੰਗ ਕੀਤੀ ਸੀ। ਮੈਨੂੰ ਪਤਾ ਨਹੀਂ ਕਿ ਤੁਸੀਂ ਇਸ ਗੰਭੀਰ ਸਮੱਸਿਆ ਬਾਰੇ ਕੀ ਸੋਚਦੇ ਹੋ। ਜਿੰਨੀ ਸਹਿਬ ਪੈਦਾ ਕਰਨ ਵਾਲੀ ਸ਼ਕਤੀ ਅਦਿੱਖ ਹੋਵੇ, ਤੀਬਰਤਾ ਓਨੀ ਹੀ ਵੱਧ ਜਾਂਦੀ ਹੈ। ਹਾਕਮ ਜਮਾਤ ਨੇ ਪਹਿਲਾਂ ਤਾਂ ਬਾਰ-ਬਾਰ ਪ੍ਰਚਾਰ ਕਰਕੇ ਲੋਕਾਂ ਦੇ ਦਿਮਾਗੀ ਸਹਿਮ ਨਿਸ਼ਾਨੇ ਫੁੰਡਣੇ ਹਨ। ਸਹਿਮ ਦੀ ਆੜ ਵਿੱਚ ਲੋਕਾਂ ਤੋਂ ਇੰਟਰਨੈਟ ਰਾਹੀਂ ਵਾਕਫੀ ਹਾਸਲ ਕਰਨ ਜਾਂ ਲੈਣ ਦੇਣ ਨੂੰ ਬੰਦ ਕਰਨਾ ਹੈ। ਬਿਜਲੀ, ਬੈਂਕ ਜਾਂ ਹੋਰ ਅਦਾਰਿਆਂ ਨੂੰ ਕਥਿਤ ਇੰਟਰਨੈਟ ਰਾਹੀਂ ਹਮਲੇ ਦਾ ਨਾਟਕ ਕਿਸੇ ਵੀ ਸਮੇਂ ਕਰਵਾ ਕੇ ਇੰਟਰਨੈਟ ਉੱਤੇ ਸਾਈਬਰ ਐਮਰਜੈਂਸੀ ਲਗਾ ਕੇ ਉਸ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ, ਜਾਂ ਇੰਨਾ ਕੁ ਚੱਲਦਾ ਛੱਡਿਆ ਜਾ ਸਕਦਾ ਹੈ ਜਿੱਥੋਂ ਕੇਵਲ ਇੱਕੋ ਪਾਸੇ ਦੇ ਪ੍ਰਾਪੇ ਗੰਢੇ ਦੀ 250 ਸਾਲਾਂ ਦੇ ਮਿੱਥੇ ਹੋਏ ਇੱਕ ਵਿਸ਼ਵ ਸਮਾਜ ਜਾਂ ਇੱਕ ਆਲਮੀ ਨਿਜ਼ਾਮ ਦੇ ਟੀਚੇ ਵੱਲ ਲਿਜਾਣ ਲਈ ਹੀ ਨਵੀਂ ਮੰਜ਼ਲ ਕੱਛੀ ਜਾਵੇਗੀ। ਦੇਸ਼ਾਂ ਦੇ ਸੰਵਿਧਾਨ ਲੋਕਾਂ ਨੂੰ ਜ਼ਿੰਮੇਵਾਰੀਆਂ ਦੇਣ ਦੇ ਨਾਲ-ਨਾਲ ਕਈ ਬੁਨਿਆਦੀ ਹੱਕ ਵੀ ਦਿੰਦੇ ਹਨ। ਜਦੋਂ ਸਹਿਮ ਦੇ ਹਥਿਆਰ ਦੀ ਵਰਤੋਂ ਸਰਕਾਰ ਵੱਲੋਂ ਹੁੰਦੀ ਹੈ ਤਾਂ ਹਰ ਵਾਰ ਕੋਈ ਨਾ ਕੋਈ ਬੁਨਿਆਦੀ ਹੱਕ ਖੁੱਸ ਜਾਂਦਾ ਹੈ। ਅਮਰੀਕਾ ਅੰਦਰ ਸ਼ਹਿਰੀਆਂ ਨੂੰ ਬਖਸ਼ੇ ਹੋਏ ਸੰਵਿਧਾਨ ਵੱਲੋਂ ਬੁਨਿਆਦੀ ਹੱਕ ਰੌਲਾ ਪਾਉਣ ਲਈ ਤਾਂ ਕਾਇਮ ਹਨ, ਪਰ ਵਰਤੋਂ ਵਿੱਚ ਪ੍ਰਧਾਨ ਬੁਸ਼ ਦੇ ਸਮੇਂ ਤੋਂ ਹੀ ਖਤਮ ਹਨ। ਹੱਕਾਂ ਦੀ ਆਖਰੀ ਲੜੀ ਵਿੱਚ ਇੰਟਰਨੈਟ ਦੀ ਮੌਤ ਓਬਾਮਾ ਸਰਕਾਰ ਦੇ ਸਮੇਂ ਨਿਸ਼ਚਿਤ ਜਾਪਦੀ ਹੈ। ਅਮਰੀਕਾ ਦੇ ਨਾਲ ਘਿਓ ਖਿਚੜੀ ਹੋਣ ਦੇ ਕਾਰਨ ਇਸ ਮਨਸੂਬੇ ਨੂੰ ਪਕਾਉਣ ਦੇ ਸੇਕ ਵਿੱਚ ਭਾਰਤ ਵੀ ਬਚਿਆ ਨਹੀਂ ਰਹਿ ਸਕਦਾ। ਕਿਤਾਬ ਸੱਚ ਦੀ ਭਾਲ ਵਿੱਚ ਲੇਖਕ ਡਾਕਟਰ ਦਲਜੀਤ ਸਿੰਘ, ਭਾਗ 15ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।